ਹੈਲੋ, ਗੁੱਡ ਮਾਰਨਿੰਗ। ਹਾਂਜੀ, ਅੱਜ ਤੁਹਾਡਾ ਆਪਣਾ ਟੌਪਿਕ ਚੱਲਦਾ ਪਿਆ ਸੀ ਕ੍ਰਿਟੀਕਲ ਮਿਨੀਮਮ ਐਫਰਟ ਥਿਊਰੀ। ਆਪਾਂ ਕ੍ਰਿਟੀਕਲ ਮਿਨੀਮਮ ਐਫਰਟ ਥਿਊਰੀ ਦੇ ਵਿੱਚ ਇੱਕ ਵਾਰੀ ਫਿਰ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿੰਦਾ। ਕ੍ਰਿਟੀਕਲ ਮਿਨੀਮਮ ਕ੍ਰਿਟੀਕਲ ਮਿਨੀਮਮ ਐਫਰਟ ਥਿਊਰੀ ਜਿਹੜੀ ਆਪਾਂ ਪੜ੍ਹਦੇ ਪਏ ਸੀ ਉਹ ਹੈਗੀ ਕੀ ਸੀ ਐਕਚੁਅਲੀ। ਇੱਕ ਹਾਰਵੇ ਲਿਵਿੰਸਟਾਈਨ ਪ੍ਰੋਫੈਸਰ ਸੀ ਜਿਨ੍ਹਾਂ ਨੇ ਆਪਣੀ ਬੁੱਕ ਇਕਨੋਮਿਕ ਬੈਕਵਰਡਨੈਸ ਤੇ ਇਕਨੋਮਿਕ ਗਰੋਥ ਜਿਹਦੇ ਵਿੱਚ ਇਹ ਥਿਊਰੀ ਦਿੱਤੀ ਸੀ 1957। ਮੈਂ ਅੱਗੇ ਵੀ ਇੱਕ ਵਾਰੀ ਦੱਸ ਚੁੱਕਾ, ਤੁਹਾਨੂੰ ਫੇਰ ਇੱਕ ਵਾਰੀ ਕਰ ਦਿੰਦਾ ਕਲੀਅਰ। 1957 ਦੇ ਵਿੱਚ ਇਹ ਥਿਊਰੀ ਦਿੱਤੀ ਸੀ। ਇਹ ਯਾਦ ਮੈਂ ਬਾਰ-ਬਾਰ ਤਾਂ ਲਿਖਦਾ ਪਿਆ ਤਾਂ ਕਿ ਤੁਹਾਡਾ ਜੇ ਕੱਲ ਨੂੰ ਯੂਜੀਸੀ 'ਚ ਕੁਐਸਚਨ ਆ ਜਾਏ ਤਾਂ ਤੁਹਾਨੂੰ ਇਹਦੇ ਬਾਰੇ ਪਤਾ ਹੋਵੇ। ਅੱਛਾ, 1957 'ਚ ਥਿਊਰੀ ਦਿੱਤੀ ਸੀ ਓਵਰ ਪਾਪੂਲੇਟਿਡ ਤੇ ਅੰਡਰ ਡਿਵੈਲਪਡ ਕੰਟਰੀਜ਼ ਦੇ ਉੱਤੇ ਐਪਲੀਕੇਬਲ ਸੀ। ਐਕਚੁਅਲੀ ਜਦੋਂ ਆਪਾਂ ਇਹਦੀ ਬੈਕਗਰਾਉਂਡ ਦੇਖਦੇ ਹਾਂ, ਬੈਕਗਰਾਉਂਡ ਦੇ ਵਿੱਚ ਤੁਸੀਂ ਦੇਖਿਆ ਹੀ ਹੋਣਾ ਹੈ ਕਿ ਆਪਾਂ ਵੀਸੀਪੀ ਪੜ੍ਹਿਆ ਹੈ। ਵੀਸੀਪੀ ਤੁਹਾਨੂੰ ਪਤਾ ਹੀ ਹੈ, ਲੋ ਇਨਕਮ ਲੋ ਪ੍ਰੋਡਕਸ਼ਨ ਲੋ ਸੇਵਿੰਗ, ਜਾਂ ਲੋ ਇਨਕਮ ਲੋ ਸੇਵਿੰਗ ਲੋ ਇਨਵੈਸਟਮੈਂਟ ਤੇ ਲੋ ਪ੍ਰੋਡਕਸ਼ਨ। ਦੁਬਾਰਾ ਤੋਂ ਫਿਰ ਉਹੀ ਘੁੰਮ ਜਾਂਦਾ। ਨਰਕਸੇ ਵਗੈਰਾ ਦੇ ਵੀ ਆਪਾਂ ਪੜ੍ਹੇ। ਉਹਨੂੰ ਤੋੜਨ ਦੇ ਲਈ ਆਪਾਂ ਮਾਡਲ ਪੜ੍ਹਿਆ। ਪਹਿਲਾਂ ਆਪਾਂ ਨੈਲਸਨ ਪੜ੍ਹਿਆ ਸੀ, ਹੁਣ ਆਪਾਂ ਪੜ੍ਹਦੇ ਪਏ ਹਾਂ ਕ੍ਰਿਟੀਕਲ ਮਿਨੀਮਮ ਐਫਰਟ ਥਿਊਰੀ, ਯਾਨੀ ਕਿ ਲੈਵਿਨਸਟਾਈਨ ਦਾ। ਇਸ ਮਾਡਲ ਦੇ ਅਕੋਰਡਿੰਗਲੀ ਤੁਹਾਨੂੰ ਪਤਾ ਹੀ ਸੀ ਕਿ ਨੀਡ ਇਹਦੀ ਕੀ ਹੈ। ਕ੍ਰਿਟੀਕਲ ਮਿਨੀਮਮ ਐਫਰਟ ਥਿਊਰੀ ਦੀ ਨੀਡ ਇਹਦੀ ਇਹ ਸੀ ਕਿ ਆਪਾਂ 3-4 ਇਹਦੇ ਚ ਪੁਆਇੰਟ ਪੜ੍ਹੇ ਸੀ। ਸਭ ਤੋਂ ਪਹਿਲਾਂ ਹੈਗਾ ਸੀ ਕਿ ਘੱਟੋ ਘੱਟ ਜਿਹੜੇ ਆਪਾਂ ਅਮਾਊਂਟ ਯੂਜ਼ ਕਰਦੇ ਪਏ ਜਾਂ ਜਿਹੜੀ ਅਮਾਊਂਟ ਆਪਾਂ ਇਹਦੇ ਵਿੱਚ ਲਗਾਣੀ ਆ ਉਹ ਇੰਨੀ ਹੋਣੀ ਚਾਹੀਦੀ ਕਿ ਜੇ ਘੱਟ ਹੋਏਗੀ ਤੇ ਉਹਦੇ ਨਾਲ ਆਪਾਂ ਅੱਗੇ ਉਹਨੂੰ ਮੂਵ ਨਹੀਂ ਕਰ ਸਕਦੇ ਇਕੋਨੋਮੀ ਨੂੰ, ਯਾਨੀ ਕਿ ਆਪਾਂ ਉਹ ਵਾਲੇ ਪੁਆਇੰਟ ਤੋਂ ਬਾਹਰ ਨਹੀਂ ਆ ਸਕਦੇ। ਅੱਛਾ, ਕ੍ਰਿਟੀਕਲ ਮਿਨੀਮਮ ਐਫਰਟ ਬੈਲੈਂਸ ਗਰੋਥ ਉਦੋਂ ਹੀ ਪੋਸੀਬਲ ਹੁੰਦੀ ਆ ਜਦੋਂ ਸੀ ਕ੍ਰਿਟੀਕਲ ਮਿਨੀਮਮ ਐਫਰਟ ਹੁੰਦਾ ਆ। ਕਲੀਅਰ ਹੈ। ਅੱਛਾ, ਇਹਦੇ 'ਚ ਦੋ ਤਰ੍ਹਾਂ ਦੀਆਂ ਆਪਣੇ ਕੋਲ ਫੋਰਸਿਸ ਹੁੰਦੀਆਂ, ਇੱਕ ਸਟਿਮੂਲੈਂਟਸ ਸੀ ਤੇ ਦੂਜੇ ਕਿਹੜੇ ਸੀ? ਸ਼ੌਕਸ। ਸਟਿਮੂਲੈਂਟਸ ਐਂਡ ਸ਼ੌਕਸ। ਸਟਿਮੂਲੈਂਟਸ ਕਿਹੜੇ ਹੁੰਦੇ ਆ? ਇਨਕਮ ਡਿਪਰੈਸਿੰਗ ਫੋਰਸਿਸ ਤੇ ਸਟਿਮੂਲੈਂਟ ਹੁੰਦੇ ਆ ਇਨਕਮ ਇਨਕਰੀਜ਼ਿੰਗ ਫੋਰਸਿਸ ਤੇ ਸ਼ੌਕਸ ਹੁੰਦੇ ਆ ਇਨਕਮ ਡਿਪਰੈਸਿੰਗ ਫੋਰਸਿਸ। ਪਹਿਲਾਂ ਗਲਤ ਬੋਲ ਗਿਆ ਸੀ ਮੈਂ। ਉਸ ਤੋਂ ਬਾਅਦ ਆਪਾਂ ਇਹਦੇ 'ਚ ਪੜ੍ਹਦੇ ਪਏ ਸੀ ਗਰੋਥ ਏਜੰਟ। ਗਰੋਥ ਏਜੰਟ ਕਿਹੜੇ ਹੁੰਦੇ ਆਪਣੇ ਕੋਲ? ਸੇਵਰ, ਐਂਟਰਪ੍ਰੇਨਰ, ਇਨਵੈਸਟਰ ਐਂਡ ਇਨੋਵੇਟਰਸ। ਮੈਂ ਬਹੁਤ ਸਪੀਡ 'ਚ ਕਰਾਉਂਦਾ ਪਿਆ ਕਿਉਂਕਿ ਇਹ ਮਾਡਲ ਬਹੁਤ ਸੌਖਾ ਆ, ਤੁਹਾਨੂੰ ਇਹ ਆਲਰੇਡੀ ਮੈਂ ਕਰਵਾ ਚੁੱਕਾ ਹਾਂ। ਜੇ ਤੁਸੀਂ ਦਿੱਕਤ ਆਵੇ ਤੇ ਜਿਹੜਾ ਪਹਿਲਾਂ ਇਸ ਤੋਂ ਪਹਿਲਾਂ ਲੈਕਚਰ ਸੀ ਉਹਨੂੰ ਧਿਆਨ ਨਾਲ ਸੁਣ ਲਿਓ। ਜਸਟ ਮੈਂ ਅੱਜ ਤੁਹਾਨੂੰ ਬੈਕਗਰਾਉਂਡ ਇਹਦਾ ਜੋ ਆਪਾਂ ਪੜ੍ਹਿਆ ਉਹੀ ਬੋਲਦੇ ਪਏ। ਅੱਛਾ, ਜਦੋਂ ਇੰਟਰਪ੍ਰੇਨਰ ਪੈਸਾ ਲਗਾਏਗਾ ਤੇ ਪੈਸਾ ਕਾਹਦੇ 'ਚ ਲੱਗਦਾ ਹੈ? ਹਿਊਮਨ ਕੈਪੀਟਲ। ਹਿਊਮਨ ਕੈਪੀਟਲ 'ਚ ਪੈਸਾ ਲੱਗੇਗਾ ਤੇ ਉਹਨਾਂ ਦੀ ਨੌਲੇਜ ਇਨਕਰੀਜ਼ ਹੋਏਗੀ। ਨੌਲੇਜ ਇਨਕਰੀਜ਼ ਹੋਏਗੀ ਤੇ ਪ੍ਰੋਡਕਟਿਵਿਟੀ ਇਨਕਰੀਜ਼ ਹੋਏਗੀ। ਪ੍ਰੋਡਕਟਿਵਿਟੀ ਇਨਕਰੀਜ਼ ਹੋਏਗੀ ਤੇ ਉਹਨਾਂ ਦੀ ਇਨਕਮ ਵਧੇਗੀ। ਇਨਕਮ ਵਧੂਗੀ ਤੇ ਸੇਵਿੰਗ ਵਧੂਗੀ। ਸੇਵਿੰਗ ਵਧੂਗੀ ਤੇ ਇਨਵੈਸਟਮੈਂਟ ਵਧੂਗੀ। ਇਹਦਾ ਮਤਲਬ ਕ੍ਰਿਟੀਕਲ ਮਿਨੀਮਮ ਐਫਰਟ ਦੇ ਪਿੱਛੇ ਬੇਸ ਕੀ ਹੈ? ਬੇਸ ਇਹੀ ਆ ਕਿ ਜਿਹੜੇ ਸਟਿਮੂਲੈਂਟਸ ਆ ਉਹ ਪਾਵਰਫੁਲ ਹੋਣੇ ਚਾਹੀਦੇ ਆ, ਕਿਹਨਾਂ ਨਾਲੋਂ? ਸ਼ੌਕਸ ਨਾਲੋਂ। ਕਲੀਅਰ ਹੈ। ਜਿੱਦਾਂ ਵੀ ਸਟਿਮੂਲੈਂਟਸ ਜ਼ਿਆਦਾ ਵਧੀਆ ਹੋਣਗੇ ਸ਼ੌਕਸ ਨਾਲੋਂ, ਉਹ ਅੱਗੇ ਮੂਵਮੈਂਟ ਹੋਏਗੀ ਉਹਦੀ ਇਕੋਨੋਮੀ ਦੀ। ਅੱਛਾ, ਉਸ ਤੋਂ ਬਾਅਦ ਇਹ ਜਿਹੜੇ ਆਪਾਂ ਗਰੋਥ ਏਜੰਟ ਪੜ੍ਹੇ ਆ ਪਿੱਛੇ, ਆ ਹੁਣੇ ਤੁਸੀਂ ਪੜ੍ਹ ਕੇ ਆਏ ਹੋ ਗਰੋਥ ਏਜੰਟ, ਸੇਵਰ, ਐਂਟਰਪ੍ਰੇਨਰ, ਇਨਵੈਸਟਰ, ਇਨੋਵੇਟਰਸ। ਇਹਨਾਂ ਦੀ ਐਕਸਪੈਂਸ਼ਨ ਕਿਤੇ ਡਿਪੈਂਡ ਕਰਦੀ ਆ। ਉਹ ਹੁੰਦੀਆਂ ਦੋ ਚੀਜ਼ਾਂ, ਜ਼ੀਰੋ ਸਮ ਇਨਸੈਂਟਿਵ ਤੇ ਪੋਜ਼ਿਟਿਵ ਸਮ ਇਨਸੈਂਟਿਵ। ਇਹ ਦੋਨੇ ਟੌਪਿਕ ਬਹੁਤ ਵਧੀਆ ਆ, ਯੂਜੀਸੀ ਦੇ ਵਿੱਚ ਕੋਈ ਨਾ ਕੋਈ ਕੁਐਸਚਨ ਪਾ ਦਿੰਦੇ ਇਹਨਾਂ ਨਾਲ ਰਿਲੇਟਡ। ਉਹਦੇ ਵਿੱਚ ਜ਼ੀਰੋ ਸਮ ਇਨਸੈਂਟਿਵਸ ਹੁੰਦੇ ਆ ਜਿਨ੍ਹਾਂ ਦਾ ਇਕਨੋਮਿਕ ਗਰੋਥ ਦੇ ਉੱਤੇ ਕੀ ਇਫੈਕਟ ਹੋਵੇ? ਜ਼ੀਰੋ। ਕੋਈ ਵੀ ਇਫੈਕਟ ਇਕਨੋਮਿਕ ਗਰੋਥ ਤੇ ਨਾ ਪਵੇ ਉਹਨੂੰ ਕਹਿੰਦੇ ਆ ਜ਼ੀਰੋ ਸਮ ਇਨਸੈਂਟਿਵਸ। ਇਹ ਨੈਸ਼ਨਲ ਇਨਕਮ ਇਨਕਰੀਜ਼ ਨਹੀਂ ਕਰਦੇ। ਨੈਸ਼ਨਲ ਇਨਕਮ ਇਹਨਾਂ ਨਾਲ ਇਨਕਰੀਜ਼ ਨਹੀਂ ਹੁੰਦੀ। ਇਹਦੇ 'ਚ ਕੀ ਕੀ ਹੁੰਦਾ? ਟ੍ਰੇਡਿੰਗ ਰਿਸਕ, ਨੋਨ ਟ੍ਰੇਡਿੰਗ ਸਪੈਕੂਲੇਟਿਵ ਐਕਟੀਵਿਟੀਜ਼ ਜਾਂ ਟ੍ਰਾਂਸਫਰ ਆਫ ਇਨਕਮ ਤੇ ਪ੍ਰੋਫਿਟ ਇੱਕ ਸੈਕਸ਼ਨ ਦੇ ਪੀਪਲ ਤੋਂ ਦੂਜੇ ਸੈਕਸ਼ਨ ਦੇ ਵਿੱਚ। ਇਹਦੇ 'ਚ ਸਿਰਫ ਤੇ ਸਿਰਫ ਕਿਹੜਾ ਇਫੈਕਟ ਹੁੰਦਾ ਆ? ਡਿਸਟ੍ਰੀਬਿਊਟਿਵ ਇਫੈਕਟ। ਕਿਹੜਾ ਇਫੈਕਟ ਹੁੰਦਾ ਬਈ? ਡਿਸਟ੍ਰੀਬਿਊਟਿਵ ਇਫੈਕਟ। ਕਲੀਅਰ ਹੈ। ਉਸ ਤੋਂ ਬਾਅਦ ਆ ਗਏ ਆਪਣੇ ਕੋਲ ਪੋਜ਼ਿਟਿਵ ਸਮ ਇਨਸੈਂਟਿਵਸ। ਪੋਜ਼ਿਟਿਵ ਸਮ ਇਨਸੈਂਟਿਵਸ ਕੀ ਚੀਜ਼ ਹੈ ਆਪਣੇ ਕੋਲ? ਇਹ ਉਹ ਵਾਲੇ ਇਫੈਕਟ ਆ ਜਿਨ੍ਹਾਂ ਨਾਲ ਨੈਸ਼ਨਲ ਇਨਕਮ ਵੱਧਦੀ ਆ। ਕਲੀਅਰ ਹੈ। ਇਹਦੇ ਵਿੱਚ ਇਹ ਇਕਨੋਮਿਕ ਡਿਵੈਲਪਮੈਂਟ ਨੂੰ ਵੀ ਇੱਕ ਜ਼ਰੂਰੀ ਆ। ਇਕਨੋਮਿਕ ਡਿਵੈਲਪਮੈਂਟ ਲਈ ਕਿਹੜੀਆਂ ਚੀਜ਼ਾਂ? ਪੋਜ਼ਿਟਿਵ ਸਮ ਐਕਟੀਵਿਟੀਜ਼। ਇਹਦੇ ਵਿੱਚ ਕੀ ਕੀ ਹੁੰਦਾ ਆ?
ਇਨਵੈਸਟਮੈਂਟ, technical knowledge, scientific discoveries, innovations, exploration and exploitation of new markets। ਇਹ ਯਾਦ ਰੱਖਿਓ, ਇਹ ਚੀਜ਼ਾਂ ਕੰਮ ਕਰਦੀਆਂ। ਕਈ ਵਾਰੀ ਪੇਪਰ 'ਚ ਕੁਐਸਚਨ ਪਾ ਦਿੰਦੇ ਕਿ ਇਹਨਾਂ ਵਿੱਚੋਂ ਦੱਸੋ ਕਿਹੜੀ ਚੀਜ਼ ਪੋਜ਼ਿਟਿਵ ਸਮ ਐਕਟੀਵਿਟੀਜ਼ ਨਾਲ ਰਿਲੇਟਡ ਆ। ਤਿੰਨ ਉਹਨਾਂ ਨੇ ਕੋਈ ਹੋਰ ਪਾ ਦੇਣੀ ਹੈ, ਇੱਕ ਉਹਨਾਂ ਨੇ ਇਹਨਾਂ ਵਿੱਚੋਂ ਪਾ ਦੇਣੀ, ਤੇ ਤੁਹਾਨੂੰ ਪਤਾ ਹੋਣਾ ਚਾਹੀਦਾ। ਕਈ ਵਾਰੀ ਸਾਰੀਆਂ ਪਾ ਕੇ ਆਲ ਆਫ ਥੀਸ ਲਿਖ ਦਿੰਦੇ ਆ, ਉਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਅੱਛਾ, ਇਹ ਤੇ ਤੁਸੀਂ ਪੜ੍ਹ ਲਿਆ ਇਹਦੇ ਵਿੱਚ। ਇਸ ਤੋਂ ਅੱਗੇ ਜਿਹੜੀ ਆਪਣੀ ਡਾਇਗਰਾਮੈਟਿਕ ਐਕਸਪਲੇਨੇਸ਼ਨ ਆ ਉਹ ਮੈਂ ਕਰਾਉਣ ਲੱਗਾ ਸੀ ਅੱਜ ਤੁਹਾਨੂੰ। ਡਾਇਗਰਾਮੈਟਿਕ ਐਕਸਪਲੇਨੇਸ਼ਨ ਇਹਦੀ ਬੜੀ ਵਧੀਆ ਆ, ਧਿਆਨ ਨਾਲ ਸਮਝਿਓ, ਕਿਉਂਕਿ ਇਹੀ ਇਸ ਮਾਡਲ ਦੇ ਵਿੱਚ ਖਾਸੀਅਤ ਹੈ। ਜ਼ਿਆਦਾ ਜਾਣਿਆਂ ਨੇ ਮੈਨੂੰ ਨਹੀਂ ਲੱਗਦਾ ਕਿ ਪਹਿਲਾਂ ਚੰਗੀ ਤਰ੍ਹਾਂ ਪੜ੍ਹੀ ਆ ਕਿ ਨਹੀਂ ਪੜ੍ਹੀ ਤੁਸੀਂ BA ਦੇ ਵਿੱਚ। ਹੁਣ ਇੱਕ ਤੁਹਾਨੂੰ ਪਹਿਲਾਂ ਇਹਦੇ 'ਚ ਇਹ ਦੱਸ ਦੇਵਾਂ, OX ਐਕਸਿਸ ਤੇ OY ਐਕਸਿਸ ਤੇ ਕੀ ਆ। OX ਐਕਸਿਸ ਤੇ ਪਰ ਕੈਪੀਟਾ ਇਨਕਮ ਹੈ, ਇੰਡਿਊਸਡ ਇਨਕਮ ਗਰੋਥ। ਇਹਦੇ 'ਚ ਪਰ ਕੈਪੀਟਾ ਇਨਕਮ ਹੈ ਤੇ ਇੰਡਿਊਸਡ ਇਨਕਮ ਡਿਕਲਾਈਨ। ਇੰਡਿਊਸਡ ਇਨਕਮ ਗਰੋਥ ਤੇ ਇੰਡਿਊਸਡ ਇਨਕਮ ਡਿਕਲਾਈਨ ਕਲੀਅਰ ਹੈ। ਅੱਛਾ, ਇੱਕ ਇਹਦੇ 'ਚ ਜੇ ਤੁਸੀਂ ਆਹ ਲਾਈਨ ਧਿਆਨ ਨਾਲ ਦੇਖੋ, ਮੈਂ ਡਰਾ ਕਰਕੇ ਤੁਹਾਨੂੰ ਥੋੜਾ ਜਿਹਾ ਦਿਖਾ ਦਿੰਦਾ ਕਿਉਂਕਿ ਇਹਦੇ ਵਿੱਚ ਡਾਇਗਰਾਮ 'ਚ ਕਾਫੀ ਕੁਛ ਹੈ। ਆਹ ਜਿਹੜੀ ਲਾਈਨ ਹੈ ਮੇਰੇ ਖਿਆਲ ਨਾਲ ਕਲੀਅਰ ਹੋ ਗਈ ਹੋਣੀ, 45 ਡਿਗਰੀ ਲਾਈਨ। ਇਹ 45 ਡਿਗਰੀ ਲਾਈਨ ਕੀ ਆ? ਇਹ ਮੇਜਰ ਕਰਦੀ ਆ ਇੰਡਿਊਸਡ ਇਨਕਰੀਜ਼ਿਸ ਤੇ ਡਿਕਰੀਜ਼ਿਸ ਇਨ ਪਰ ਕੈਪੀਟਾ ਇਨਕਮ। ਇੰਡਿਊਸਡ ਇਨਕਰੀਜ਼ਿਸ ਤੇ ਡਿਕਰੀਜ਼ਿਸ ਇਨ ਪਰ ਕੈਪੀਟਾ ਇਨਕਮ ਨੂੰ ਸ਼ੋ ਕਰਦੀ ਆ। ਕੋਈ ਖਾਸ ਨਹੀਂ ਬੋਲਦਾ ਪਿਆ, ਮਤਲਬ ਇਹ ਆ ਆਹ ਪਰ ਕੈਪੀਟਾ ਇਨਕਮ ਆ, ਆ ਵੀ ਕੀ ਆ ਪਰ ਕੈਪੀਟਾ ਇਨਕਮ, ਆਹ ਵਾਲੀ ਲਿਖੀ ਆ ਦੇਖੋ। ਦੋਨੇ ਪਾਸੇ ਪਰ ਕੈਪੀਟਾ ਇਨਕਮ ਹੈਗੀ ਆ, ਇੱਕ ਪਾਸੇ ਇਨਕਮ ਡਿਕਲਾਈਨ ਦੇ ਨਾਲ ਆ, ਇੱਕ ਪਾਸੇ ਇਨਕਮ ਗਰੋਥ ਦੇ ਨਾਲ ਆ। ਇਹਦਾ ਮਤਲਬ ਜਦੋਂ ਆਪਾਂ ਇੰਡਿਊਸਡ ਇਨਕਰੀਜ਼ਿਸ, ਇੱਧਰ ਇਨਕਰੀਜ਼ ਆ ਗਈ, ਇੱਧਰ ਕੀ ਆ ਗਈ ਡਿਕਰੀਜ਼ ਇਨ ਪਰ ਕੈਪੀਟਾ ਇਨਕਮ, ਉਹ ਦੋਨਾਂ ਨੂੰ ਮੇਜਰ ਕਰਨ ਲਈ ਆਹ ਜਿਹੜੀ ਲਾਈਨ ਆਪਾਂ ਬਣਾਉਂਦੇ ਆ ਇਹਨੂੰ ਕਹਿੰਦੇ ਆ 45 ਡਿਗਰੀ ਲਾਈਨ that measures the induced income and induced decline in per capita income। ਕਲੀਅਰ ਆ? ਇਹ ਆਪਾਂ ਇਹਦੇ ਵਿੱਚ ਐਕਚੁਅਲੀ ਪੜ੍ਹਦੇ ਪਏ ਸੀ। ਮੈਂ ਜਰਾ ਕਿਉਂਕਿ ਗੰਦ ਜੇ ਪੈ ਗਿਆ ਤੁਹਾਨੂੰ ਡਾਇਗਰਾਮ ਸਮਝਾਉਣੀ ਔਖੀ ਹੋ ਜਾਣੀ ਮੈਨੂੰ। ਅੱਛਾ, ਇਹ ਲਾਈਨ ਦਾ ਤੇ ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਉਸ ਤੋਂ ਬਾਅਦ ਇਸ ਲਾਈਨ ਦੇ ਵਿੱਚ ਦੋ ਤੁਹਾਨੂੰ ਲਾਈਨਸ ਦਿਸਣੀਆਂ। ਇੱਕ ਹੈਗੀ ਆ, ਜੇ ਤੁਸੀਂ ਗੌਰ ਕਰੋ, Z1 Z1 ਕਲੀਅਰ ਆ? ਦੋ ਲਾਈਨਸ ਤੁਹਾਨੂੰ ਦਿਸੀਆਂ ਹੋਣੀਆਂ Z1 ਤੇ Z1। ਮੈਂ ਜਰਾ ਤੁਹਾਨੂੰ ਕਲੀਅਰ ਕਰ ਦਵਾਂ, ਕਾਫੀ ਕੁਛ ਹੈ ਇਹਦੇ ਚ। ਅੱਛਾ ਦੇਖੋ, ਇੱਕ ਆ Z1 ਆ, ਇੱਕ ਹੈਗਾ ਤੁਹਾਡੇ ਕੋਲ ਆਹ ਵਾਲਾ Z1। ਕਲੀਅਰ? Z1 ਤੋਂ ਲੈ ਕੇ Z1 ਇਹ ਹੈਗੇ ਆ ਸ਼ੌਕਸ। ਇੱਥੇ ਲਿਖਿਆ ਆ ਇਨਕਮ ਡਿਪਰੈਸਿੰਗ ਫੋਰਸਿਸ, ਜਿਨ੍ਹਾਂ ਨੂੰ ਆਪਾਂ ਕੀ ਕਹਿੰਦੇ ਆ ਸ਼ੌਕਸ। ਕਲੀਅਰ ਆ? ਇਹ ਕੀ ਆਪਣੇ ਕੋਲ ਸ਼ੌਕਸ। ਕਲੀਅਰ? ਉਸੇ ਤਰ੍ਹਾਂ ਹੀ ਉਸ ਤੋਂ ਬਾਅਦ ਤੁਹਾਡੇ ਕੋਲ ਆ ਜਾਂਦਾ ਆ ਆਹ ਵਾਲੀ ਲਾਈਨ ਦੇਖੋ, XT ਇਹ ਲਾਈਨ ਜਿਹੜੀ, ਜੇ ਤੁਸੀਂ ਇਸ ਲਾਈਨ ਨੂੰ ਦੇਖੋ ਤੇ ਇਸ ਲਾਈਨ ਦੇ ਅੱਗੇ ਕੀ ਲਿਖਿਆ ਆ ਇਨਕਮ ਇਨਕਰੀਜ਼ਿੰਗ ਫੋਰਸਿਸ, ਯਾਨੀ ਕਿ ਇਹ ਕਿਹਨੂੰ ਰਿਪਰੈਜ਼ੈਂਟ ਕਰਦੇ ਆ ਸਟਿਮੂਲੈਂਟਸ। ਇਨਕਮ ਡਿਪਰੈਸਿੰਗ ਸ਼ੌਕਸ ਨੂੰ ਕਹਿੰਦੇ ਆ, ਇਨਕਮ ਇਨਕਰੀਜ਼ਿੰਗ ਕਿਹਨੂੰ ਕਹਿੰਦੇ ਆ ਸਟਿਮੂਲੈਂਟਸ ਨੂੰ। ਕਲੀਅਰ ਆ? ਮੈਂ ਇੱਥੇ ਸਾਰਾ ਤੇ ਨਹੀਂ ਲਿਖਣਾ, ਮੈਂ ਇੱਥੇ ST ਪਾ ਦਿੰਦਾ, ਇਹਦਾ ਮਤਲਬ ਸਟਿਮੂਲੈਂਟਸ। ਕਲੀਅਰ ਹੈ? ਅੱਛਾ, ਹੁਣ ਦੋ ਲਾਈਨਾਂ ਨਜ਼ਰ ਆ ਗਈਆਂ ਤੁਹਾਨੂੰ, ਇੱਕ ਹੈਗੇ ਆ ਸਟਿਮੂਲੈਂਟਸ, ਇੱਕ ਹੈਗੇ ਆ ਸ਼ੌਕਸ। ਕਲੀਅਰ ਹੈ? ਹੁਣ ਇਨੀਸ਼ੀਅਲੀ ਆਪਾਂ ਇਹ ਮੰਨਦੇ ਆ ਆਹ ਵਾਲਾ ਜਿਹੜਾ ਪੁਆਇੰਟ ਹੈ ਤੁਹਾਡੇ ਕੋਲ, ਜਿਹੜਾ ਇਹ ਵਾਲਾ ਪੁਆਇੰਟ ਸ਼ੋ ਕਰਦੇ ਪਏ ਆ, ਜਿਹਨੂੰ ਆਪਾਂ ਇੱਥੇ ਲਿਖਿਆ ਆ E, ਆਹ ਵਾਲਾ ਪੁਆਇੰਟ, ਇਸ ਪੁਆਇੰਟ ਦੇ ਉੱਤੇ ਸਟਿਮੂਲੈਂਟ ਤੇ ਸ਼ੌਕਸ ਇੱਕ ਦੂਜੇ ਨੂੰ ਕੱਟ ਕਰਦੇ ਪਏ ਆ। ਇਹਦਾ ਮਤਲਬ ਦੋਨੇ ਇੱਕ ਦੂਜੇ ਦੇ ਕੀ ਆ ਬਰਾਬਰ, ਯਾਨੀ ਕਿ ਇਕਨੋਮੀ ਦੇ ਵਿੱਚ ਇਕੁਇਲਿਬਰੀਅਮ ਕਿੱਥੇ ਮਿਲਦਾ ਪਿਆ E ਪੁਆਇੰਟ ਦੇ ਉੱਤੇ, ਇਸ ਜਗ੍ਹਾ ਤੇ। ਕਿਉਂ? ਕਿਉਂਕਿ ਇਹ ਪੁਆਇੰਟ ਆਪਾਂ ਇੱਥੋਂ ਲਾਈਨ ਖਿੱਚੀ ਹੈ। ਕਲੀਅਰ? ਅੱਛਾ, ਆ ਜਿਹੜਾ
ਇਹ ਈ ਕੈਪੀਟਲ ਆ ਇਸ ਜਗ੍ਹਾ ਤੇ ਇਕੁਇਲਿਬ੍ਰੀਅਮ ਆ ਕਿਉਂਕਿ ਸਟਿਮੂਲੈਂਟ ਤੇ ਸ਼ੌਕਸ ਆਪਸ ਚ ਬਰਾਬਰ ਆ ਇਨਕਮ ਡਿਪਰੈਸਿੰਗ ਫੋਰਸਿਸ ਤੇ ਇਨਕਮ ਇਨਕਰੀਜ਼ਿੰਗ ਫੋਰਸਿਸ ਆਪਸ ਚ ਇੱਥੇ ਇਕੁਅਲ ਆ ਜਿਹਦੇ ਕਰਕੇ ਇਕੁਇਲਿਬ੍ਰੀਅਮ ਕਿੱਥੇ ਮਿਲਦਾ ਪਿਆ ਆਪਾਂ ਨੂੰ O ਤੋਂ ਲੈ ਕੇ E ਤੇ ਜਾਂ OE ਪੁਆਇੰਟ ਤੇ ਆਪਾਂ ਨੂੰ ਕੀ ਮਿਲ ਗਿਆ ਇਕੁਇਲਿਬ੍ਰੀਅਮ ਜਦੋਂ ਆਪਾਂ ਇੰਨੀ ਇਨਕਮ ਇਹਦੇ ਵਿੱਚ ਇੰਸਟਾਲ ਕੀਤੀ ਜਾਂ ਇਨਵੈਸਟਮੈਂਟ ਕੀਤੀ OE ਉਸ ਜਗ੍ਹਾ ਤੇ ਸ਼ੌਕਸ ਤੇ ਸਟਿਮੂਲੈਂਟਸ ਬਰਾਬਰ ਹੋ ਕੇ ਇਕੁਇਲਿਬ੍ਰੀਅਮ ਦੇ ਗਏ ਯਾਨੀ ਕਿ ਆਪਾਂ ਇਨਵੈਸਟਮੈਂਟ ਇਹਦੇ ਚ ਐਕਚੁਅਲੀ ਕੀਤੀ ਕਿੰਨੀ ਆ ਇਨਵੈਸਟਮੈਂਟ ਆਪਾਂ ਕੀਤੀ ਆ O ਤੋਂ ਲੈ ਕੇ E ਤੱਕ ਇੱਥੋਂ ਲੈ ਕੇ ਇੱਥੇ ਤੱਕ ਕਲੀਅਰ ਹੁਣ ਇਸ ਤੋਂ ਬਾਅਦ ਸਪੋਜ਼ ਕਰੋ ਆਪਾਂ ਇਕਨੋਮੀ 'ਚ ਇਨਵੈਸਟਮੈਂਟ ਕਰਤੀ ਆ ਮੈਂ ਫੇਰ ਇੱਕ ਵਾਰੀ ਲੈਵਲ ਬਦਲਣ ਲੱਗਾ O ਤੋਂ ਲੈ ਕੇ ਇਸ ਪੁਆਇੰਟ ਤੱਕ ਇਹ ਪੁਆਇੰਟ ਕਿਹੜਾ ਆ M ਪੁਆਇੰਟ O ਤੋਂ ਲੈ ਕੇ M ਤੱਕ ਆਪਾਂ ਇਨਵੈਸਟਮੈਂਟ ਕਰਤੀ ਜਦੋਂ O ਤੋਂ ਲੈ ਕੇ M ਤੱਕ ਇਨਵੈਸਟਮੈਂਟ ਕੀਤੀ ਯਾਨੀ ਕਿ AX1 OM ਕਿਹਦੇ ਬਰਾਬਰ ਆ A ਆਹ ਵਾਲਾ ਦੇਖੋ A ਆ ਕੀ ਹੈ ਤੁਹਾਡੇ ਕੋ X1 ਠੀਕ ਹੈ AX1 ਤੱਕ ਬਰਾਬਰ ਹੋ ਗਿਆ ਇਹਦਾ ਮਤਲਬ ਆਪਾਂ ਇਨਵੈਸਟਮੈਂਟ ਇਕਨੋਮੀ ਚ ਕਰਤੀ AX1 ਤੇ ਹੋਇਆ ਕੀ ਆ ਹੈਗੀ ਆ ਮੇਜਰਿੰਗ ਲਾਈਨ ਜਿਹੜੀ ਇਨਕਮ ਇਨਕਰੀਜ਼ ਜਾਂ ਡਿਕਲਾਈਨ ਨੂੰ ਮੇਜਰ ਕਰਦੀ ਹੈ ਇਸ ਲਾਈਨ ਤੋਂ ਜੇ ਤੁਸੀਂ ਥੋੜਾ ਜਿਹਾ ਗੌਰ ਕਰੋ ਇਸ ਲਾਈਨ ਤੋਂ ਆ ਜਗ੍ਹਾ ਤੇ ਕੱਟ ਕੀਤਾ A ਇਸ ਲਾਈਨ ਤੋਂ ਆ ਜਿਹੜਾ ਡਿਸਟੈਂਸ ਆ ਕਿੰਨਾ ਬਣਿਆ AF ਕਿੰਨਾ ਬਣਿਆ ਬਈ AF ਕਲੀਅਰ ਅੱਛਾ ਉਸ ਤੋਂ ਬਾਅਦ ਤੁਹਾਡੇ ਕੋਲ ਲਾਈਨ ਆਈ ਦੂਸਰੀ ਲਾਈਨ ਹੈਗੀ ਆ ਤੁਹਾਡੇ ਕੋਲ ਆ ਵਾਲੀ ਇਹੀ ਜਿਹੜਾ ਪੁਆਇੰਟ ਆ ਇਹ ਕਿੱਥੇ ਕੱਟ ਕਰਦਾ ਪਿਆ ਨੀਚੇ ਲੈ ਕੇ ਗਏ ਇਸ ਜਗ੍ਹਾ ਤੇ ਹੁਣ ਤੁਸੀਂ ਇਸ ਲਾਈਨ ਤੋਂ ਇਹਦਾ ਡਿਫਰੈਂਸ ਮੇਜਰ ਕਰਿਓ ਵਰਟੀਕਲ ਡਿਸਟੈਂਸ BF ਕਿੰਨਾ ਆਇਆ BF ਇਹਦਾ ਮਤਲਬ ਇਹ ਡਾਟਾ ਆਇਆ ਤੁਹਾਡੇ ਕੋ BF ਇਹਦਾ ਮਤਲਬ ਜਦੋਂ ਤੁਸੀਂ ਇਨਵੈਸਟਮੈਂਟ ਕੀਤੀ O ਤੋਂ ਲੈ ਕੇ M ਤੱਕ ਇਸ ਇਨਵੈਸਟਮੈਂਟ 'ਚ AF ਡਿਸਟੈਂਸ ਇਹ ਕਿੱਥੋਂ ਆਇਆ ਸਟਿਮੂਲੈਂਟਸ ਦਾ ਤੇ BF ਡਿਫਰੈਂਸ ਕਿੱਥੋਂ ਆਇਆ ਹੈ ਡਿਸਟੈਂਸ ਆਇਆ ਸ਼ੌਕਸ ਤੋਂ BF ਜੇ ਤੁਸੀਂ ਧਿਆਨ ਦਿਓ BF ਇੱਥੋਂ ਲੈ ਕੇ ਇੱਥੇ ਤੱਕ ਡਿਸਟੈਂਸ ਜ਼ਿਆਦਾ ਆ ਇੱਥੋਂ ਲੈ ਕੇ ਇੱਥੇ ਤੱਕ ਡਿਸਟੈਂਸ ਕੀ ਆ ਘੱਟ ਆ ਇਹਦਾ ਮਤਲਬ BF is greater than AF BF ਕਿਹਨੂੰ ਰਿਪਰੈਜ਼ੈਂਟ ਕਰਦਾ ਸੀ ਸ਼ੌਕਸ ਨੂੰ ਤੇ AF ਕਿਹਨੂੰ ਰਿਪਰੈਜ਼ੈਂਟ ਕਰਦਾ ਸੀ ਸਟਿਮੂਲੈਂਟਸ ਨੂੰ ਇਹਦਾ ਮਤਲਬ ਇਸ ਜਗ੍ਹਾ ਤੇ ਕੀ ਵੀ ਇਸ ਜਗ੍ਹਾ ਤੇ ਜਿਹੜੇ ਸ਼ੌਕਸ ਆ ਉਹ ਗ੍ਰੇਟਰ ਆ ਕਿਹਦੇ ਨਾਲੋਂ ਸਟਿਮੂਲੈਂਟਸ ਨਾਲੋਂ ਕਲੀਅਰ ਆ ਯਾਨੀ ਕਿ ਸਟਿਮੂਲੈਂਟਸ ਘੱਟ ਆ ਸ਼ੌਕਸ ਜ਼ਿਆਦਾ ਆ ਜਦੋਂ ਸਟਿਮੂਲੈਂਟਸ ਘੱਟ ਹੋਣਗੇ ਸ਼ੌਕਸ ਜ਼ਿਆਦਾ ਹੋਣਗੇ ਉਹਦਾ ਅਸਰ ਕੀ ਹੋਏਗਾ ਉਹਦਾ ਅਸਰ ਇਹ ਹੋਣਾ ਆ ਇਕਨੋਮੀ ਅੱਗੇ ਜਾਣ ਦੀ ਜਗ੍ਹਾ ਤੇ ਇਕਨੋਮੀ ਬੈਕ ਹੋਣੀ ਸ਼ੁਰੂ ਹੋ ਜਾਣੀ ਆ ਦੇਖੋ ਇਹ ਇੰਨੀ ਆਪਾਂ ਇਨਵੈਸਟਮੈਂਟ ਕੀਤੀ ਇਨਵੈਸਟਮੈਂਟ ਦੇ ਵਿੱਚ ਸ਼ੌਕਸ ਜ਼ਿਆਦਾ ਹੋ ਗਏ ਸਟਿਮੂਲੈਂਟਸ ਘਟ ਗਏ ਜਦੋਂ ਸ਼ੌਕਸ ਜ਼ਿਆਦਾ ਸਟਿਮੂਲੈਂਟਸ ਘੱਟ ਹੋਣਗੇ ਇਕਨੋਮੀ ਅੱਗੇ ਦੀ ਜਗ੍ਹਾ ਜਾਣ ਦੀ ਜਗ੍ਹਾ ਡਿਪਰੈਸਿੰਗ ਏਜੰਟ ਪਿੱਛੇ ਚੱਲ ਗਈ ਪਿੱਛੇ ਜਾਂਦੀ ਬਾਰ-ਬਾਰ ਉਹ ਕਿਹੜੇ ਪੁਆਇੰਟ ਤੇ ਪਹੁੰਚ ਗਈ ਉਹੀ ਪੁਆਇੰਟ ਤੇ ਇਹਦਾ ਮਤਲਬ ਜੇ ਆਪਾਂ OM ਇਨਵੈਸਟਮੈਂਟ ਕਰਾਂਗੇ ਤੇ ਇਕਨੋਮੀ ਅੱਗੇ ਨਹੀਂ ਜਾਊਗੀ ਬਲਕਿ ਵਾਪਸ ਘੁੰਮ ਕੇ ਕਿਹੜੀ ਪੋਜੀਸ਼ਨ ਤੇ ਆ ਜਾਏਗੀ E ਪੋਜੀਸ਼ਨ ਤੇ ਆ ਜਾਏਗੀ ਕਲੀਅਰ ਹੁਣ ਇਹਦਾ ਮਤਲਬ ਇਕਨੋਮੀ ਨੂੰ ਜੇ ਆਪਾਂ ਉਸ ਲੈਵਲ ਤੋਂ ਅੱਗੇ ਲੈ ਕੇ ਜਾਣਾ ਆ ਤੇ ਤੁਹਾਨੂੰ ਇੰਨੀ ਇਨਵੈਸਟਮੈਂਟ ਕਰਨੀ ਜ਼ਰੂਰੀ ਹੋਏਗੀ ਕਿ ਤੁਸੀਂ ਇਹ ਵਾਲਾ ਜਿਹੜਾ ਪੁਆਇੰਟ ਆ ਇਹਨੂੰ ਓਵਰਕਮ ਕਦੋਂ ਕਰੋਗੇ ਜਦੋਂ ਆਪਾਂ ਇਨਵੈਸਟਮੈਂਟ ਕਿੰਨੀ ਕਰਾਂਗੇ OM ਨਾਲੋਂ ਜ਼ਿਆਦਾ ਦਾ ਮਤਲਬ ਆਪਾਂ ਇਨਵੈਸਟਮੈਂਟ ਕਿੰਨੀ ਕਰੀਏ ਓਕੇ ਅਮਾਉਂਟ ਆਫ ਇਨਵੈਸਟਮੈਂਟ ਜਦੋਂ ਕਰਾਂਗੇ ਤੇ ਆਪਾਂ ਕਿਹੜੀ ਜਗ੍ਹਾ ਤੇ ਪਹੁੰਚ ਗਏ ਆਹ ਦੇਖੋ G ਪੁਆਇੰਟ ਤੇ ਉੱਤੇ ਸ਼ੌਕਸ ਤੇ ਸਟਿਮੂਲੈਂਟਸ ਕੀ ਹੋ ਗਏ ਬਰਾਬਰ ਇਹਦਾ ਮਤਲਬ ਹੁਣ ਇਕਨੋਮੀ ਪਿੱਛੇ ਨਹੀਂ ਜਾਊਗੀ ਕਿਉਂਕਿ ਆਪਾਂ ਫਿਰ ਇਕੁਇਲਿਬ੍ਰੀਅਮ ਤੇ ਪਹੁੰਚ ਗਏ ਇਹ ਇਕੁਇਲਿਬ੍ਰੀਅਮ ਪਹਿਲੇ ਵਾਲੇ ਤੋਂ ਉੱਪਰਲੇ ਲੈਵਲ ਤੇ ਮਿਲ ਗਿਆ ਕਿਉਂਕਿ ਆਪਾਂ ਇੰਨੀ ਕਿ ਇਨਵੈਸਟਮੈਂਟ ਉਹਦੇ ਚ ਕਰਤੀ ਕਿ ਆਪਾਂ ਇੰਡੀਆ ਤੋਂ ਅਮਰੀਕਾ ਸਿੱਧੇ ਪਹੁੰਚ ਗਏ ਆ ਇੰਡੀਆ ਤੋਂ ਅਮਰੀਕਾ ਲੈਂਡ ਕਰਨ ਲਈ ਆਪਾਂ ਨੂੰ ਕਿੰਨੇ ਪੈਸੇ ਚਾਹੀਦੇ ਸੀ ਓਕੇ ਅਮਾਉਂਟ ਉਹਦਾ ਐਗਜ਼ਾਮਪਲ ਦਿੱਤੀ ਸੀ ਮੈਂ ਸ਼ਾਇਦ ਤੁਹਾਨੂੰ ਸਮਝਾਉਣ ਲਈ ਜੇ ਤੁਸੀਂ ਸਮਝੋ ਤੇ
ਹੁਣ ਇਹਦਾ ਮਤਲਬ ਓਕੇ ਅਮਾਉਂਟ ਆਫ ਇਨਵੈਸਟਮੈਂਟ ਜਦੋਂ ਕਰਾਂਗੇ ਤੇ ਆਪਾਂ ਕਿਹੜੀ ਜਗ੍ਹਾ ਤੇ ਪਹੁੰਚ ਗਏ ਆ, ਜੀ ਪੁਆਇੰਟ ਤੇ। ਕਲੀਅਰ ਹੈ। ਅੱਛਾ, ਹੁਣ ਤੁਹਾਨੂੰ ਜੇ ਮੈਂ ਸਮਝਾਉਣ ਦੀ ਕੋਸ਼ਿਸ਼ ਕਰਾਂ ਇੱਕ ਪੁਆਇੰਟ ਫੇਰ ਦੇਖੋ, ਜੀ ਪੁਆਇੰਟ ਦੇ ਉੱਤੇ ਮੈਂ ਨਾ ਕਿੱਥੇ ਐਗਜ਼ਾਮਪਲ ਲੈਣ ਲੱਗਾ, ਵੈਸੇ ਹੀ ਆ ਇੱਕ ਲਾਈਨ ਮੈਂ ਬਣਾਈ, ਇਹਦਾ ਮਤਲਬ ਹੁਣ ਮੈਂ ਇਨਵੈਸਟਮੈਂਟ ਇੰਨੀ ਕੀਤੀ। ਕਲੀਅਰ। ਜਦੋਂ ਇੰਨੀ ਇਨਵੈਸਟਮੈਂਟ ਕਰੂੰਗਾ ਇਸ ਜਗ੍ਹਾ ਤੇ, ਜੇ ਤੁਸੀਂ ਧਿਆਨ ਦਿਓ, ਅੱਜ Z1 ਕਿਹਨੂੰ ਕਿਹਾ ਸੀ ਮੈਂ, ਸ਼ੌਕਸ ਨੂੰ, ਤੇ XT ਕਿਹਨੂੰ ਕਿਹਾ ਸੀ, ਸਟਿਮੂਲੈਂਟਸ ਨੂੰ। ਇਸ ਜਗ੍ਹਾ ਤੋਂ ਇਹਦਾ ਡਿਫਰੈਂਸ ਆ ਗਿਆ, ਇਹ ਕਿਹਦਾ ਡਿਫਰੈਂਸ ਆ ਗਿਆ, ਸ਼ੌਕਸ ਦਾ, ਤੇ ਆ ਜਗ੍ਹਾ ਦਾ ਡਿਫਰੈਂਸ ਕੀ ਆ ਗਿਆ, ਸਟਿਮੂਲੈਂਟਸ ਦਾ। ਇਸ ਜਗ੍ਹਾ ਤੇ ਸਟਿਮੂਲੈਂਟਸ ਜ਼ਿਆਦਾ ਹੋ ਗਏ, ਸ਼ੌਕਸ ਘੱਟ ਹੋ ਗਏ, ਇਕਨੋਮੀ ਥੱਲੇ ਦੀ ਜਗ੍ਹਾ ਤੇ ਕਿੱਥੇ ਜਾਊਗੀ, ਉੱਪਰ ਮੂਵ ਕਰਦੀ ਜਾਊਗੀ। ਸਮਝ ਗਏ? ਇਕਨੋਮੀ ਜਿੱਦਾਂ ਅੱਗੇ ਨੀਚੇ ਨੂੰ ਗਈ ਸੀ, ਹੁਣ ਇਕਨੋਮੀ ਕਿੱਥੇ ਜਾਊਗੀ, ਉੱਪਰ। ਇਹਦਾ ਮਤਲਬ ਜ਼ਿਗਜ਼ੈਗ ਤਰੀਕੇ ਨਾਲ ਹੀ ਅੱਗੇ ਥੱਲੇ ਡਿੱਗੀ ਸੀ, ਹੁਣ ਇਕਨੋਮੀ ਉੱਪਰ ਚੱਲ ਗਈ। ਇਹ ਤੁਹਾਡੀ ਡਾਇਗਰਾਮ ਸੀ, ਜਿਹਨੂੰ ਆਪਾਂ ਕ੍ਰਿਟੀਕਲ ਮਿਨੀਮਮ ਐਫਰਟ 'ਚ ਡਾਇਗਰਾਮ ਪੜ੍ਹਦੇ ਹਾਂ। ਮੇਰੇ ਖਿਆਲ ਨਾਲ ਤੁਹਾਨੂੰ ਸਮਝ ਆ ਗਈ ਹੋਣੀ ਆ। ਕਲੀਅਰ ਹੈ? ਜੇ ਤੁਹਾਨੂੰ ਫੇਰ ਵੀ ਦਿੱਕਤ ਆਈ ਆ ਤੇ ਮੈਂ ਫੇਰ ਇੱਕ ਵਾਰੀ ਸਮਝਾਉਣ ਦੀ ਕੋਸ਼ਿਸ਼ ਕਰ ਦਿੰਦਾ। ਲਓ ਦੇਖੋ, ਇੱਕ ਵਾਰੀ ਫੇਰ ਮੈਂ ਸਮਝਾਉਣ ਲੱਗਾ ਤੁਹਾਨੂੰ ਇਹੀ ਡਾਇਗਰਾਮ। ਇਨੀਸ਼ੀਅਲੀ ਆਪਾਂ ਹੈਗੇ ਆ, ਉਹ ਹੁਣ ਮੈਂ ਲਾਈਨਸ ਜ਼ਿਆਦਾ ਨਹੀਂ ਬਣਾਉਣੀ। ਇਨੀਸ਼ੀਅਲੀ ਆਪਾਂ ਹੈਗੇ ਆ ਕਿਹੜੇ ਪੁਆਇੰਟ ਦੇ ਉੱਤੇ ਬਈ, ਸਪੋਜ਼ ਕਰੋ ਇਸ ਜਗ੍ਹਾ ਤੇ, ਈ ਪੁਆਇੰਟ ਤੇ। ਈ ਪੁਆਇੰਟ ਦੇ ਉੱਤੇ ਆਪਾਂ ਇਨਵੈਸਟਮੈਂਟ ਕਿੰਨੀ ਕੀਤੀ ਆ, ਆ ਦੇਖੋ OE, ਯਾਨੀ ਕਿ OE ਅਮਾਊਂਟ ਆਫ ਇਨਵੈਸਟਮੈਂਟ ਤੇ ਇਨ ਜਿਹੜੀ ਇਕਨੋਮੀ ਆ ਉਹ ਇਕੁਇਲਿਬਰੀਅਮ 'ਚ ਆ। ਕਿਹੜੇ ਪੁਆਇੰਟ ਤੇ, ਕੈਪੀਟਲ E ਪੁਆਇੰਟ ਤੇ। ਇਸ ਜਗ੍ਹਾ ਤੇ ਜਿਹੜੇ ਸ਼ੌਕਸ ਆ ਤੇ ਸਟਿਮੂਲੈਂਟਸ ਆ ਆਪਸ 'ਚ ਬਰਾਬਰ ਆ। ਮੈਂ ਪਹਿਲਾਂ ਹੀ ਕਿਹਾ ਆ, ਜਿਹੜੀ ਆ ਨੀਚੇ ਲਾਈਨ ਆ, ਆਹ ਵਾਲੀ, ਇਹ ਸ਼ੌਕਸ ਆ, ਜਿਹੜੀ ਆ ਉੱਪਰ ਆ, ਇਹ ਕਿਹੜੀ ਆ, ਸਟਿਮੂਲੈਂਟਸ ਆ। ਉੱਪਰ ਇਨਕਮ ਇਨਕਰੀਜ਼ਿੰਗ ਏਜੰਟ ਆ, ਥੱਲੇ ਇਨਕਮ ਡਿਪਰੈਸਿੰਗ ਏਜੰਟਸ ਆ ਜਾਂ ਫੋਰਸਿਸ। ਹੁਣ ਕਹਿੰਦਾ ਆਪਾਂ ਇਕਨੋਮੀ 'ਚ ਇਨਵੈਸਟਮੈਂਟ ਕਿੰਨੀ ਕਰਤੀ, M ਤੱਕ। ਕਿੱਥੋਂ ਲੈ ਕੇ, O ਤੋਂ ਲੈ ਕੇ। O ਤੋਂ ਲੈ ਕੇ ਜਦੋਂ ਤੁਸੀਂ M ਤੱਕ ਇਨਵੈਸਟਮੈਂਟ ਕੀਤੀ, ਇਹ ਲਾਈਨ ਤੁਹਾਡੀ ਕੱਟ ਪਹੁੰਚ ਗਈ ਆ ਇਸ ਜਗ੍ਹਾ ਤੇ, A ਪੁਆਇੰਟ ਤੇ। A ਪੁਆਇੰਟ ਤੋਂ ਆਪਾਂ ਇੱਕ ਵਰਟੀਕਲ ਲਾਈਨ ਡਰਾ ਕਰ ਲਈ। ਕਲੀਅਰ ਹੈ? ਇਹ ਜਿਹੜੀ ਲਾਈਨ ਡਰਾ ਕੀਤੀ ਹੈ ਕੀ ਸ਼ੋ ਕਰਦੀ ਆ, ਹੁਣ A ਤੋਂ ਲੈ ਕੇ ਆਹ ਡਿਫਰੈਂਸ ਕਿੰਨਾ ਆ ਗਿਆ, AF। ਆ ਮੈਂ ਲਿਖਿਆ ਵੀ ਸੀ ਤੁਹਾਡੇ ਕੋਲ, ਠੀਕ ਹੈ। ਅੱਛਾ, ਤੇ B ਤੋਂ ਲੈ ਕੇ ਕਿੰਨਾ ਡਿਫਰੈਂਸ ਬਣਿਆ, BF। ਕਲੀਅਰ ਹੈ? ਹੁਣ ਜੇ ਤੁਸੀਂ ਧਿਆਨ ਦਿਓ, BF ਡਿਫਰੈਂਸ ਜ਼ਿਆਦਾ ਆ, AF ਡਿਫਰੈਂਸ ਘੱਟ ਆ, BF ਇਜ਼ ਗ੍ਰੇਟਰ ਦੈਨ AF। ਇਹਦਾ ਮਤਲਬ BF ਕਿਹਨੂੰ ਰਿਪਰੈਜ਼ੈਂਟ ਕਰਦੇ ਸੀ, ਸ਼ੌਕਸ ਨੂੰ, ਤੇ AF ਕਿਹਨੂੰ ਰਿਪਰੈਜ਼ੈਂਟ ਕਰਦੇ ਸੀ, ਸਟਿਮੂਲੈਂਟਸ ਨੂੰ। ਇਹਦਾ ਮਤਲਬ ਸ਼ੌਕਸ ਆਰ ਗ੍ਰੇਟਰ ਦੈਨ ਸਟਿਮੂਲੈਂਟਸ। ਜਦੋਂ ਇਕਨੋਮੀ 'ਚ ਸ਼ੌਕ ਜ਼ਿਆਦਾ ਹੋਣਗੇ, ਸਟਿਮੂਲੈਂਟਸ ਘੱਟ ਹੋਣਗੇ, ਇਕਨੋਮੀ ਨੂੰ ਅੱਗੇ ਨਹੀਂ ਲੈ ਕੇ ਜਾਣਗੇ। ਆ ਕਿਹੜੀਆਂ ਨੂੰ ਕਹਿੰਦੇ ਆਪਾਂ, ਸ਼ੌਕਸ ਕਿਹਨੂੰ ਕਹਿੰਦੇ ਆ, ਇਹਨੂੰ ਇਨਕਮ ਡਿਪਰੈਸਿੰਗ ਫੋਰਸਿਸ। ਇਹਦਾ ਮਤਲਬ ਇਹਨਾਂ ਨੇ ਇਨਕਮ ਨੂੰ ਇਨਕਰੀਜ਼ ਨਹੀਂ ਕਰਨਾ, ਬਲਕਿ ਇਨਕਮ ਨੂੰ ਡਿਪਰੈਸ ਕਰਨਾ ਹੈ। ਡਿਪਰੈਸ ਕਰਨਾ ਮਤਲਬ ਘਟਾਉਣਗੇ, ਘਟਾ ਕੇ ਕਿੱਥੇ ਤੱਕ ਲੈ ਆਉਣਗੇ, ਵਾਪਸ E ਪੁਆਇੰਟ ਦੇ। ਇਹਦਾ ਮਤਲਬ OM ਅਮਾਊਂਟ ਆਫ ਇਨਵੈਸਟਮੈਂਟ ਕਰਨ ਦਾ ਇਕਨੋਮੀ 'ਚ ਕੋਈ ਵੀ ਫਾਇਦਾ ਨਹੀਂ ਹੋਇਆ, ਕਿਉਂਕਿ ਆਪਾਂ ਵਾਪਸ ਕਿਹੜੇ ਪੁਆਇੰਟ ਤੇ ਆ ਗਏ ਆ, E ਪੁਆਇੰਟ ਤੇ ਆ ਗਏ। ਕਲੀਅਰ ਹੈ? ਸਮਝ ਗਏ? ਅੱਛਾ, ਹੁਣ ਜੇ ਕਹਿੰਦਾ ਆਪਾਂ ਇਨਵੈਸਟਮੈਂਟ ਕਿੰਨੀ ਕਰ ਦਈਏ, ਇਨਵੈਸਟਮੈਂਟ ਆਪਾਂ ਵਧਾ ਕੇ ਜੇ ਆਪਾਂ ਕਰ ਦਈਏ, ਸਪੋਜ਼ ਕਰੋ O ਤੋਂ ਲੈ ਕੇ K ਤੱਕ। ਹੁਣ ਜਦੋਂ K ਤੱਕ ਇਨਵੈਸਟਮੈਂਟ ਕਰਾਂਗੇ, ਆਪਾਂ ਕਿਹੜੀ ਜਗ੍ਹਾ ਤੇ ਆ ਗਏ, ਆਹ ਵਾਲੇ ਪੁਆਇੰਟ ਤੇ। ਇਹ ਪੁਆਇੰਟ ਕਿਹੜਾ ਆ ਵੀ, G ਪੁਆਇੰਟ। ਹੁਣ G ਪੁਆਇੰਟ ਕਿਹੜੀ ਜਗ੍ਹਾ ਤੇ ਆ, ਜਿੱਥੇ ਸ਼ੌਕਸ ਤੇ ਸਟਿਮੂਲੈਂਟਸ ਕੀ ਆ, ਬਰਾਬਰ ਆ। E ਪੁਆਇੰਟ ਵੀ ਕਿਹੜਾ ਸੀ, ਜਿੱਥੇ ਸ਼ੌਕਸ ਤੇ ਸਟਿਮੂਲੈਂਟਸ ਬਰਾਬਰ ਆ। ਇਹਦਾ ਮਤਲਬ ਇਸ ਜਗ੍ਹਾ ਤੇ ਜਿੱਥੇ ਬਰਾਬਰ ਆ, ਇਹ ਨਾ ਇਕਨੋਮੀ ਨੂੰ ਅੱਗੇ ਲੈ ਕੇ ਜਾਣਗੇ, ਨਾ ਇਕਨੋਮੀ ਨੂੰ ਪਿੱਛੇ। ਇਕਨੋਮੀ ਫਿਰ ਕਿਹੜੀ ਜਗ੍ਹਾ ਤੇ ਆ ਗਈ, ਇਕੁਇਲਿਬਰੀਅਮ ਤੇ। ਇਹਦਾ ਮਤਲਬ OE ਇਨਵੈਸਟਮੈਂਟ ਤੇ ਵੀ ਇਕਨੋਮੀ ਇਕੁਇਲਿਬਰੀਅਮ ਆ, OK ਲੈਵਲ ਤੇ ਵੀ ਇਕਨੋਮੀ ਕਿੱਥੇ ਆ, ਇਕੁਇਲਿਬਰੀਅਮ 'ਚ। ਦੋਨਾਂ ਦੇ ਵਿੱਚ ਫਰਕ ਸਿਰਫ ਇਹ ਆ, ਇਹ ਇਕੁਇਲਿਬਰੀਅਮ ਲੋ ਲੈਵਲ ਤੇ ਆ, ਇਹ ਇਕੁਇਲਿਬਰੀਅਮ ਕਿਹੜਾ ਆ, ਅਪਰ ਲੈਵਲ ਤੇ ਆ। ਹਮੇਸ਼ਾ
ਅਪਰ ਲੈਵਲ ਦਾ ਇਕੁਇਲਿਬਰੀਅਮ ਜ਼ਿਆਦਾ ਬੈਟਰ ਹੋਏਗਾ ਰੈਸ਼ਨਲਾਈਜੇਸ਼ਨ ਦੇ ਵਿੱਚ ਜਾਂ ਰੈਸ਼ਨਲਿਜ਼ਮ ਦੇ ਵਿੱਚ। ਹੁਣ ਜੇ ਮੈਂ ਸਪੋਜ਼ ਕਰੋ ਇਸ ਜਗ੍ਹਾ ਤੇ ਅੱਗੇ ਇਨਵੈਸਟਮੈਂਟ ਕਰਦਾ ਆ, ਮੈਂ ਤੁਹਾਨੂੰ ਫਿਰ ਐਗਜ਼ਾਮਪਲ ਦੇਣ ਲੱਗਾ, ਸਪੋਜ਼ ਕਰੋ ਮੈਂ ਇੱਥੇ ਤੱਕ ਇਨਵੈਸਟਮੈਂਟ ਕਰਤੀ ਓਕੇ ਤੋਂ ਜ਼ਿਆਦਾ, ਜਦੋਂ ਓਕੇ ਤੋਂ ਜ਼ਿਆਦਾ ਇਨਵੈਸਟਮੈਂਟ ਕਰੂੰਗਾ ਇਸ ਜਗ੍ਹਾ ਤੱਕ, ਹੁਣ ਡਿਫਰੈਂਸ ਫਿਰ ਉਹੀ ਲੈ ਲਿਆ ਆਪਾਂ, ਜਿਹੜਾ ਆ ਇਹ ਕੀ ਰਿਪਰੈਜ਼ੈਂਟ ਕਰਦਾ, Z ਵਾਲੀ ਲਾਈਨ, Z ਕੀ ਆ, ਸ਼ੌਕਸ, ਇਹਦਾ ਮਤਲਬ ਇੰਨਾ ਕੀ ਕੀਤਾ ਤੁਸੀਂ, ਸ਼ੌਕਸ, ਤੇ ਇੱਥੇ ਤੱਕ ਕੀ ਆ ਗਿਆ, ਸਟਿਮੂਲੈਂਟਸ। ਹੁਣ ਸਟਿਮੂਲੈਂਟਸ ਵੱਧ ਗਏ, ਸ਼ੌਕਸ ਘਟ ਗਏ, ਇਨਕਮ ਇਨਕਰੀਜ਼ਿੰਗ ਫੋਰਸਿਸ ਇਨਕਰੀਜ਼ ਕਰ ਗਈਆਂ, ਜਿਹਦੇ ਨਾਲ ਇਕਨੋਮੀ ਅੱਗੇ ਵਧਣੀ ਸ਼ੁਰੂ ਹੋ ਗਈ, ਤੁਸੀਂ VCP ਤੋੜ ਕੇ ਅੱਗੇ ਵੱਧ ਗਏ। ਇਹ ਤੁਹਾਡੀ ਡਾਇਗਰਾਮ ਦੀ ਐਕਸਪਲੇਨੇਸ਼ਨ ਆ, ਕਲੀਅਰ ਹੈ। ਹੁਣ ਇਸ ਤੋਂ ਅੱਗੇ ਆ ਗਿਆ ਤੁਹਾਡੇ ਕੋਲ ਇੱਕ ਹੋਰ ਡਾਇਗਰਾਮ ਹੈ, ਛੋਟੀ ਜੀ ਹੈ, ਇਹੀ ਡਾਇਗਰਾਮ ਦਾ ਰੂਪ ਆ, ਉਹ ਥੋੜਾ ਜਿਹਾ ਉਹਦੇ ਵਿੱਚ ਬਰੀਕੀ ਥੋੜੀ ਜਿਹੀ ਜ਼ਿਆਦਾ ਆ, ਉਹ ਬਰੀਕੀ ਥੋੜੀ ਜਿਹੀ ਇਹਦੇ ਨਾਲ ਹੋਰ ਤਰ੍ਹਾਂ ਦੀ ਸੀ, ਇਹ ਟਾਈਮ ਐਲੀਮੈਂਟ ਦੇ ਨਾਲ ਆ। ਇਹ ਕੀ ਸ਼ੋ ਕਰਦੀ ਹੈ, ਇਹ ਸ਼ੋ ਕਰਦਾ ਆ, ਦੇਖੋ ਇੱਕ ਐਗਜ਼ਾਮਪਲ ਦਿੱਤੀ ਸੀ ਤੁਹਾਨੂੰ ਮੈਂ, ਇੰਡੀਆ ਤੋਂ ਕੈਨੇਡਾ ਜਾਂ ਅਮਰੀਕਾ ਜਾਣ ਤੇ ਆਪਾਂ ਨੂੰ ਉਨੀ ਇਨਵੈਸਟਮੈਂਟ ਦੀ ਲੋੜ ਪੂਰੀ ਹੁੰਦੀ ਆ ਜਿਹਦੇ ਨਾਲ ਆਪਾਂ ਇੱਕ ਝਟਕੇ ਦੇ ਨਾਲ ਦੂਜੀ ਜਗ੍ਹਾ ਤੇ ਪਹੁੰਚ ਜਾਈਏ, ਜਾਂ ਘੱਟੋ ਘੱਟ ਆਪਾਂ ਉਸ ਲੈਵਲ ਤੱਕ ਜ਼ਰੂਰ ਪਹੁੰਚ ਜਾਈਏ ਜਿਹਦੇ ਨਾਲ ਇਕਨੋਮੀ ਅੱਗੇ ਤੁਰਦੀ ਰਹੇ। ਇਹ ਚੀਜ਼ ਇਹ ਆ, ਇਹ ਨਾ ਤਿੰਨ ਤਰ੍ਹਾਂ ਦੇ ਲੈਵਲ ਸ਼ੋ ਕਰਦੇ ਆ ਆਪਾਂ ਇਹਦੇ ਵਿੱਚ। ਸਭ ਤੋਂ ਪਹਿਲਾਂ ਜੇ ਤੁਸੀਂ ਦੇਖੋ ਏਰੀਆ 1, ਏਰੀਆ 2 ਤੇ ਏਰੀਆ 3, ਇਹ ਲੋ ਇਨਕਮ ਲੋ ਇਨਵੈਸਟਮੈਂਟ ਤੇ ਆ, ਇਹ ਮਿਡਲ ਇਨਵੈਸਟਮੈਂਟ ਆ, ਇਹ ਹਾਈ ਇਨਵੈਸਟਮੈਂਟ ਦਾ। ਇੱਧਰ ਟਾਈਮ ਆ, ਇੱਧਰ ਕੀ ਆ ਤੁਹਾਡੇ ਕੋਲ ਪਰ ਕੈਪੀਟਾ ਇਨਕਮ, ਠੀਕ ਹੈ ਜੀ। ਅੱਛਾ, ਹੁਣ ਇਕਨੋਮੀ ਦੇ ਵਿੱਚ ਆਹ ਲੈਵਲ ਜਿਹੜਾ ਆ, ਆਹ ਵਾਲਾ ਲੈਵਲ, ਇਸ ਲੈਵਲ ਨੂੰ ਆਪਾਂ ਕਿਹੜਾ ਲੈਵਲ ਮੰਨਿਆ ਹੈ, ਕ੍ਰਿਟੀਕਲ ਮਿਨੀਮਮ ਪਰ ਕੈਪੀਟਾ ਇਨਕਮ ਲੈਵਲ, ਯਾਨੀ ਕਿ ਇਹ ਉਹ ਵਾਲਾ ਲੈਵਲ ਆ ਜੇ ਆਪਾਂ ਇੰਨੀ ਇਨਵੈਸਟਮੈਂਟ ਕਰਾਂਗੇ ਤੇ ਇਕਨੋਮੀ VCP ਤੋੜ ਕੇ ਅਗਲੇ ਲੈਵਲ ਤੇ ਪਹੁੰਚ ਜਾਏਗੀ। ਜਿੱਦਾਂ ਆਪਾਂ ਪਿਛਲੀ ਡਾਇਗਰਾਮ 'ਚ ਕਹਿੰਦੇ ਪਏ ਆ, ਜੇ ਆਪਾਂ ਆਹ G ਪੁਆਇੰਟ ਸਮਝ ਲਓ, ਇਹ ਵਾਲਾ ਕਿਹੜਾ ਪੁਆਇੰਟ ਆ, G ਪੁਆਇੰਟ ਆ, ਆਹ ਵਾਲਾ ਜਿਹੜਾ D ਨੂੰ ਰਿਪਰੈਜ਼ੈਂਟ ਕਰਦਾ, ਜਿਹਦੇ ਵਿੱਚ ਆਪਾਂ ਇੱਕ ਲੈਵਲ ਤੋਂ ਦੂਜੇ ਲੈਵਲ ਤੇ ਪਹੁੰਚ ਸਕਦੇ ਹਾਂ VCP ਤੋੜ ਕੇ, ਕਲੀਅਰ। ਹੁਣ ਆਪਾਂ ਕਹਿੰਦਾ ਕਿੰਨੀ ਇਨਵੈਸਟਮੈਂਟ ਕਰੀਏ ਟਾਈਮ ਦੇ ਹਿਸਾਬ ਨਾਲ। ਦੇਖੋ ਆਪਾਂ ਨਾ ਕਈ ਵਾਰੀ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣ ਲੱਗਾ ਫਿਰ ਦੁਬਾਰਾ ਤੋਂ, ਪਰ ਪੇਪਰ 'ਚ ਨਾ ਲਿਖਿਓ ਫਿਰ। ਕਈ ਵਾਰੀ ਵਾਇਰਲ ਬੁਖਾਰ ਹੁੰਦਾ ਨਾ, ਜਦੋਂ ਵਾਇਰਲ ਬੁਖਾਰ ਹੁੰਦਾ ਆਪਾਂ ਨੂੰ, ਅੱਜ ਕੱਲ ਵੀ ਚੱਲਦਾ ਪਿਆ ਹੈ, ਡਾਕਟਰ ਉਹਦੇ ਵਿੱਚ ਦਵਾਈ ਦਿੰਦੇ ਆ 5 ਦਿਨ ਦੀ ਜਾਂ 3 ਦਿਨ ਦੀ ਮਿਨੀਮਮ, ਕਿ ਤੁਸੀਂ 3 ਦਿਨ ਦਵਾਈ ਜ਼ਰੂਰ ਖਾਓ, ਦਵਾਈ ਨੂੰ ਤੋੜਿਓ ਨਾ। ਜਦੋਂ ਵੀ ਤੁਸੀਂ ਉਹ ਦਵਾਈ 3 ਦਿਨ ਦਾ ਮਤਲਬ ਹੁੰਦਾ ਹੈ, ਜਾਂ 5 ਦਿਨ ਦਾ ਮਤਲਬ ਕੋਰਸ ਦਾ ਮਤਲਬ ਹੁੰਦਾ ਹੈ ਕਿ ਉਹ ਦਵਾਈ ਦੇ ਵਿੱਚ ਬ੍ਰੇਕ ਨਹੀਂ ਪਾਉਣੀ, 5 ਦਿਨ ਲਗਾਤਾਰ ਖਾਣੀ। ਜੇ ਤੁਸੀਂ ਕਿਸੇ ਟਾਈਮ ਦਵਾਈ ਮਿਸ ਕਰਤੀ, ਇਹਦਾ ਮਤਲਬ ਤੁਹਾਡਾ ਬੁਖਾਰ ਫਿਰ 0 ਤੇ ਆ ਜਾਣਾ। ਇਹਦਾ ਮਤਲਬ ਇਹ ਆ, ਪਹਿਲੀ ਡੋਜ਼ ਦੇ ਖਤਮ ਹੋਣ ਤੋਂ ਪਹਿਲਾਂ ਆਪਾਂ ਦੂਜੀ ਡੋਜ਼ ਲੈਣੀ ਆ, ਦੂਜੀ ਡੋਜ਼ ਤੇ ਖਤਮ ਹੋਣ ਤੋਂ ਪਹਿਲਾਂ ਤੀਜੀ ਦਾ ਅਸਰ ਖਤਮ ਹੋਣ ਤੋਂ ਪਹਿਲਾਂ ਚੌਥੀ ਦਾ ਅਸਰ ਖਤਮ ਹੋਣ ਤੋਂ ਬਾਅਦ ਪੰਜਵੀਂ। ਜਦੋਂ ਆਪਾਂ ਇਹ 5 ਡੋਜ਼ਿਸ ਕੰਪਲੀਟ ਕਰ ਲੈਂਦੇ ਤੇ ਆਪਾਂ ਸਮਝ ਲਓ ਇੰਡੀਆ ਤੋਂ ਅਮਰੀਕਾ ਪਹੁੰਚ ਗਏ, ਯਾਨੀ ਕਿ ਆਪਾਂ ਉਹ ਬੁਖਾਰ ਵਾਲਾ ਲੈਵਲ ਤੋੜ ਕੇ ਅਗਲੇ ਲੈਵਲ ਤੇ ਪਹੁੰਚ ਗਏ। ਪਰ ਉਹਦੇ ਲਈ ਉਹ ਬੁਖਾਰ ਤੋੜਨ ਲਈ ਉਹ ਟਾਈਮ ਇੱਕ ਇੰਪੋਰਟੈਂਟ ਐਲੀਮੈਂਟ ਆ, ਜਿਹਦੇ ਵਿੱਚ ਆਪਾਂ ਪਹਿਲੀ ਡੋਜ਼ ਦਾ ਅਸਰ ਖਤਮ ਹੋਣ ਤੋਂ ਪਹਿਲਾਂ ਅਗਲੀ ਡੋਜ਼ ਲੈ ਲੈਂਦੇ ਆ, ਕਲੀਅਰ ਹੈ। ਹੁਣ ਇਹੀ ਸਮਝ ਲਓ ਇਹਦੇ ਵਿੱਚ ਆ, ਆਪਾਂ ਇਨੀਸ਼ੀਅਲੀ ਕਿੰਨੀ ਇਨਵੈਸਟਮੈਂਟ ਕੀਤੀ, OB ਅਮਾਉਂਟ ਆਫ ਇਨਵੈਸਟਮੈਂਟ ਕੀਤੀ। OB ਅਮਾਉਂਟ ਆਫ ਇਨਵੈਸਟਮੈਂਟ ਆਪਾਂ ਜਦੋਂ ਕੀਤੀ ਤੇ ਆਪਾਂ ਕਿਹੜੇ ਲੈਵਲ ਤੇ ਪਹੁੰਚ ਗਏ, ਇਨਕਮ ਕਿੰਨੀ ਜਨਰੇਟ ਕੀਤੀ, TS, ਇੰਨੀ ਇਨਕਮ ਜਨਰੇਟ ਹੋ ਗਈ, ਕਲੀਅਰ। ਇਹਦਾ ਮਤਲਬ ਇੰਨੀ ਇਸ ਦਵਾਈ ਨੇ ਇਹ ਅਸਰ ਕਰਤਾ, OB ਅਮਾਉਂਟ ਆਫ ਇਨਵੈਸਟਮੈਂਟ ਨੇ ਇੰਨਾ ਅਸਰ ਕੀਤਾ, ਕਿੰਨਾ, T ਤੋਂ ਲੈ ਕੇ S ਤੱਕ। ਕਹਿੰਦਾ ਹੁਣ ਇਹ ਅਸਰ ਖਤਮ ਹੋਣ ਤੋਂ ਪਹਿਲਾਂ ਜੇ ਤੁਸੀਂ ਇਨਵੈਸਟਮੈਂਟ ਕਰ ਦੋ, ਇਨਵੈਸਟਮੈਂਟ ਕਿੰਨੀ ਹੋਰ ਚਾਹੀਦੀ ਆਪਾਂ ਨੂੰ, ਦੇਖੋ S ਤੋਂ ਲੈ ਕੇ D ਤੱਕ, ਇਸ ਲੈਵਲ ਤੇ ਪਹੁੰਚਣਾ ਨਾ ਆਪਾਂ D ਤੇ, ਹੁਣ S ਤੋਂ ਲੈ ਕੇ D ਤੱਕ ਪਹੁੰਚਣ ਲਈ ਆਪਾਂ ਨੂੰ ਇਨਵੈਸਟਮੈਂਟ ਦੀ ਲੋੜ ਆ ਹੋਰ, ਕਦੋਂ, ਜਦੋਂ OB ਇਨੀਸ਼ੀਅਲੀ ਇੱਕ ਇੰਸਟਾਲਮੈਂਟ ਲਗਾਤੀ, ਉਸ ਇੰਸਟਾਲਮੈਂਟ ਨੇ ਅਸਰ ਕੀਤਾ TS, ਇਸ TS ਅਮਾਉਂਟ ਦਾ ਅਸਰ ਖਤਮ ਹੋਣ ਤੋਂ ਪਹਿਲਾਂ ਆਪਾਂ ਨੂੰ ਅਗਲੀ ਡੋਜ਼ ਦੀ ਲੋੜ ਆ, ਉਹ ਲੋੜ ਕਿੰਨੀ ਆ, S ਤੋਂ ਲੈ ਕੇ D ਤੱਕ। ਜੇ ਆਪਾਂ ਇਸ ਜਗ੍ਹਾ ਤੇ ਅਗਲੀ ਡੋਜ਼ ਦੇ ਦਈਏ ਕਿੰਨੀ ਭਲਾ, SD, ਯਾਨੀ ਕਿ ਆਹ ਵਾਲੀ ਅਮਾਉਂਟ। ਜੇ SD ਅਮਾਉਂਟ ਜਾਂ ਇਧਰਲੇ ਪਾਸੇ ਦੇਖੋਗੇ ਤੇ ਕਿੰਨੀ ਬਣ ਗਈ, CM,
ਜੇ ਆਪਾਂ ਇਸ ਜਗ੍ਹਾ ਤੇ ਸੀਐਮ ਅਮਾਉਂਟ ਆਫ ਇਨਵੈਸਟਮੈਂਟ ਲਾ ਦਾਂਗੇ ਤੇ ਆਪਾਂ ਕਿਹੜੇ ਲੈਵਲ ਤੇ ਪਹੁੰਚ ਜਾਾਂਗੇ, ਕ੍ਰਿਟੀਕਲ ਮਿਨੀਮਮ ਐਫਰਟ ਆਪਾਂ ਲਗਾਤਾ, ਯਾਨੀ ਕਿ ਆਪਾਂ ਵੀਸੀਪੀ ਤੋੜ ਕੇ ਅਗਲੇ ਲੈਵਲ ਤੇ ਪਹੁੰਚ ਗਏ। ਪਰ ਜੇ ਕਹਿੰਦਾ ਤੁਸੀਂ ਇਸ ਅਮਾਉਂਟ ਤੱਕ ਇੱਥੇ ਪਹੁੰਚਣ ਤੋਂ ਬਾਅਦ ਅਗਲੀ ਇਨਵੈਸਟਮੈਂਟ ਨਹੀਂ ਕੀਤੀ ਤੇ ਇਕਨੋਮੀ ਦੁਬਾਰਾ ਤੋਂ ਕਿਹੜੇ ਲੈਵਲ ਤੇ ਆ ਜਾਏਗੀ, ਕਿਹੜੇ ਲੈਵਲ ਤੇ ਆ ਜਾਏਗੀ ਬਈ, ਉਹੀ ਵਾਪਸ ਈ ਪੁਆਇੰਟ ਤੇ। ਇਹਦਾ ਮਤਲਬ ਜੇ ਆਪਾਂ ਇੱਥੇ ਜਾ ਕੇ ਇਹ ਇਨਵੈਸਟਮੈਂਟ ਨਹੀਂ ਕਰਾਂਗੇ ਤੇ ਵਾਪਸ ਆਪਾਂ ਕਿਹੜੀ ਪੁਆਇੰਟ ਤੇ ਆ ਗਏ, ਕੇ ਲੈਵਲ ਤੇ, ਏਰੀਏ 1 ਦੇ ਵਿੱਚ ਮੂਵ ਕਰ ਗਏ, ਏਰੀਆ 2 ਤੋਂ ਦੁਬਾਰਾ ਤੋਂ ਏਰੀਆ 1 ਚ ਆ ਗਏ। ਕਿਉਂ? ਕਿਉਂਕਿ ਆਪਾਂ ਉਨੀ ਇਨਵੈਸਟਮੈਂਟ ਹੀ ਨਹੀਂ ਕੀਤੀ ਜਿੰਨੀ ਚਾਹੀਦੀ ਸੀ। ਆਪਾਂ ਇੱਕ ਡੋਜ਼ ਇਕਨੋਮੀ ਚ ਦੇ ਦਿੱਤੀ, ਪਰ ਇਕਨੋਮੀ ਨੂੰ ਅੱਗੇ ਇਕਨੋਮੀ ਨੇ ਆਪਣੇ ਆਪ ਨੂੰ ਥੋੜਾ ਜਿਹਾ ਚੁੱਕਿਆ ਆ। ਜਦੋਂ ਤੁਸੀਂ ਉਸ ਤੋਂ ਅੱਗੇ ਉਹਨੂੰ ਦੂਜੀ ਡੋਜ਼ ਦੀ ਲੋੜ ਸੀ, ਉਹ ਨਹੀਂ ਦਿੱਤੀ, ਤਾਂ ਦੁਬਾਰਾ ਤੋਂ ਕਿੱਥੇ ਆ ਗਈ, ਪਹਿਲੇ ਏਰੀਏ ਚ ਆ ਗਈ, ਯਾਨੀ ਕਿ ਲੋ ਲੈਵਲ ਤੇ ਆ ਗਈ। ਇਹ ਤੁਹਾਡਾ ਹੈਗਾ ਟਾਈਮ ਐਲੀਮੈਂਟ। ਮੇਰੇ ਖਿਆਲ ਨਾਲ ਤੁਹਾਨੂੰ ਇਹ ਸਾਰਾ ਹੀ ਕੁਝ ਸਮਝ ਲੱਗ ਗਿਆ ਹੁਣ। ਬੜੀ ਡਿਟੇਲਿੰਗ ਦੇ ਵਿੱਚ ਮੈਂ ਤੁਹਾਨੂੰ ਦੋਨੇ ਡਾਇਗਰਾਮਸ ਕਰਤੀਆਂ। ਜੇ ਫੇਰ ਵੀ ਕੋਈ ਸਮੱਸਿਆ ਹੋਊਗੀ ਤੇ ਮੈਨੂੰ ਦੱਸ ਦਿਓ, ਫਿਰ ਆਪਾਂ ਅੱਗੇ ਕਰ ਲਾਂਗੇ। ਅੱਗੇ ਹੈਗਾ ਕ੍ਰਿਟਿਸਿਜ਼ਮ। ਕ੍ਰਿਟਿਸਿਜ਼ਮ ਦੇ ਵਿੱਚ ਕੋਈ ਜ਼ਿਆਦਾ ਫਰਕ ਬਹੁਤਾ ਵੱਡਾ ਹੈ ਨਹੀਂ। ਮੈਂ ਇਹਦੇ 'ਚ ਜ਼ਿਆਦਾ ਖੁੱਬਣ ਨਹੀਂ ਲੱਗਾ, ਤੁਹਾਨੂੰ ਮੈਂ ਨੋਟਸ ਭੇਜ ਦੇਣੇ ਇੱਕ, ਕੱਲ ਸ਼ਾਇਦ ਪਰਸੋਂ ਭੇਜ ਦੂੰਗਾ, ਨਹੀਂ ਕੱਲ ਭੇਜਾਂਗਾ। ਤੇ ਨੋਟਸ ਦੇ ਵਿੱਚ ਤੁਸੀਂ ਇਹ ਕ੍ਰਿਟਿਸਿਜ਼ਮ ਛੋਟੇ ਮੋਟੇ ਪੜ੍ਹ ਲਿਓ, ਇਹਦੇ ਵਿੱਚ ਬਹੁਤਾ ਜ਼ਿਆਦਾ ਹੈ ਨਹੀਂ। ਕਲੀਅਰ ਹੈ? ਇਹਦੇ ਨਾਲ ਹੀ ਤੁਹਾਡਾ ਇਹ ਟੌਪਿਕ ਖਤਮ ਹੋ ਗਿਆ। ਥੈਂਕ ਯੂ ਵੈਰੀ ਮੱਚ। ਨਾਲ ਪੜ੍ਹਦੇ ਰਹੋ ਬਸ, ਕਿਉਂਕਿ ਇਕੱਲੀਆਂ ਵੀਡੀਓਜ਼ ਦੇਖ ਕੇ ਨਾ ਡਿਪੈਂਡੈਂਟ ਹੋ ਜਿਓ। ਜੇ ਪੜ੍ਹੋਗੇ ਤੇ ਨਾਲ ਤਾਂ ਹੀ ਤੁਹਾਡਾ ਗੁਜ਼ਾਰਾ ਹੋਣਾ ਹੈ। ਤੁਹਾਡੇ ਇਹਦੇ 'ਚ 3 ਮਾਡਲ ਕਰਾ ਦਿੱਤੇ ਆ, ਇੱਕ ਵੀਸੀਪੀ, ਇੱਕ ਨੈਲਸਨ, ਇੱਕ ਕ੍ਰਿਟੀਕਲ ਮਿਨੀਮਮ ਐਫਰਟ। ਤੁਹਾਡੇ ਲਈ ਖੁਸ਼ੀ ਦੀ ਗੱਲ ਇਹ ਆ ਕਿ ਤੁਹਾਡਾ ਦੂਜਾ ਯੂਨਿਟ 100% ਸਿਕਿਉਰ ਹੋ ਗਿਆ। ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਕੁਐਸਚਨ ਹਮੇਸ਼ਾ ਪੇਪਰ 'ਚ ਆਉਂਦਾ ਹੀ ਹੁੰਦਾ ਹੈ। ਬਾਕੀ ਮੈਂ ਹੋਰ ਡਿਊਲਿਜ਼ਮ ਵੀ ਹੋ ਗਿਆ ਇਹਦੇ ਵਿੱਚ। ਇਹਦਾ ਮਤਲਬ ਤੁਹਾਡਾ ਦੂਜਾ ਯੂਨਿਟ ਲਗਭਗ 80, ਦੂਜੇ ਯੂਨਿਟ ਦੀ ਗੱਲ ਕਰਦਾ ਮੈਂ, ਦੂਜਾ ਯੂਨਿਟ 80-90% ਸਿਕਿਉਰ ਹੋ ਚੁੱਕਾ ਤੁਹਾਡਾ। ਥੈਂਕ ਯੂ।